ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम ਵੀਰੋ, ਕੀ ਹਾਲ ਹੈ? ਠੀਕ ਠਾਕ ਹੋ? ਬੱਕਰੀ ਫਾਰਮਿੰਗ ਫ੍ਰੀ 'ਚ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਫ੍ਰੀ 'ਚ ਬੱਕਰੀਆਂ ਲੈਣ ਦਾ ਕੀ ਤਰੀਕਾਕਾਰ ਹੈ? ਐਦਾ ਪਾਰਟ 1 ਅੱਗੇ ਤੁਸੀਂ ਵੇਖ ਚੁੱਕੇ ਹੋ। ਪਾਰਟ 1 ਦੇ ਵਿੱਚ ਅਸਾਂ ਤੁਹਾਨੂੰ ਦੱਸਿਆ ਸੀ ਕਿ ਫ੍ਰੀ ਦੇ ਵਿੱਚ ਬੱਕਰੀਆਂ ਲੈਣ ਦਾ ਕੀ ਤਰੀਕਾਕਾਰ ਹੈ, ਫ੍ਰੀ 'ਚ ਬੱਕਰੀਆਂ ਕਿਸ ਤਰ੍ਹਾਂ ਇਕੱਠੀਆਂ ਹੁੰਦੀਆਂ ਨੇ। ਅੱਜ ਅਸੀਂ ਬਣਾ ਰਹੇ ਹਾਂ ਪਾਰਟ 2। ਪਾਰਟ 2 ਦੇ ਵਿੱਚ ਅਸਾਂ ਤੁਹਾਨੂੰ ਦੱਸਣਾ ਹੈ ਕਿ ਬੱਕਰੀਆਂ ਦੇ ਬੰਦਾ ਲੈ ਲੈਂਦਾ, ਲੇਕਿਨ ਬੱਕਰੀਆਂ ਲੈ ਕੇ ਅੱਗੋਂ ਜਿਹੜਾ ਅਸਲ ਮਸਲਾ ਹੁੰਦਾ ਹੈ ਬੱਕਰੀਆਂ ਨੂੰ ਚਾਰਨ ਦਾ, ਬੱਕਰੀਆਂ ਨੂੰ ਮਤਲਬ ਕਹਿ ਲਓ ਕਿ ਉਹਨਾਂ ਦੀ ਫੀਡਿੰਗ ਦਾ, ਉਹਨਾਂ ਦੀ ਖੁਰਾਕ ਪੂਰੀ ਕਰਨ ਦਾ। ਬੱਕਰੀਆਂ ਦੀ ਖੁਰਾਕ ਕਿਸ ਤਰ੍ਹਾਂ ਪੂਰੀ ਕਰਨੀ, ਕਿਉਂ ਕਿ ਔਖਾ ਸੌਖਾ ਹੋ ਕੇ ਬੰਦਾ ਖਰੀਦ ਤੇ ਲੈਂਦਾ ਉਹ ਤਾਂ ਠੀਕ ਹੈ, ਲੇਕਿਨ ਅੱਗੋਂ ਬੱਕਰੀਆਂ ਪਾਲਣਾ ਸਭ ਤੋਂ ਵੱਡਾ ਮਸਲਾ ਹੁੰਦਾ ਹੈ। ਤੇ ਅੱਜ ਤੁਹਾਨੂੰ ਉਹੀ ਦੱਸਾਂਗੇ ਕਿ ਬੱਕਰੀਆਂ ਫ੍ਰੀ ਦੇ ਵਿੱਚ ਪਾਲੀਆਂ ਕਿਸ ਤਰ੍ਹਾਂ ਜਾ ਸਕਦੀਆਂ, ਕਿਉਂਕਿ ਵੇਖੋ ਹਰ ਬੰਦਾ ਮੁੱਲ ਦੀ ਖੁਰਾਕ ਲੈ ਕੇ ਤੇ ਬੱਕਰੀ ਫਾਰਮਿੰਗ ਨਹੀਂ ਕਰ ਸਕਦਾ। ਜਿਸ ਤਰ੍ਹਾਂ ਸਾਡੇ ਪਾਰਟ 1 ਦੇ ਵਿੱਚ ਤੁਹਾਨੂੰ ਦੱਸਿਆ ਹੈ ਕਿ ਫ੍ਰੀ ਦੇ ਵਿੱਚ ਬੱਕਰੀਆਂ ਕਿਸ ਤਰ੍ਹਾਂ ਬਣ ਸਕਦੀਆਂ, ਫਾਰਮ ਕਿਸ ਤਰ੍ਹਾਂ ਬਣ ਸਕਦਾ। ਹੁਣ ਅੱਜ ਦੀ ਵੀਡੀਓ ਤੁਹਾਨੂੰ ਦੱਸਾਂਗੇ ਕਿ ਫ੍ਰੀ ਦੇ ਵਿੱਚ ਬੱਕਰੀਆਂ ਪਾਲੀਆਂ ਕਿਸ ਤਰ੍ਹਾਂ ਜਾ ਸਕਦੀਆਂ, ਖੁਰਾਕ ਦਾ ਕਿਸ ਤਰ੍ਹਾਂ ਬੰਦੋਬਸਤ ਕੀਤਾ ਜਾ ਸਕਦਾ ਫ੍ਰੀ ਦੇ ਵਿੱਚ। ਕਿਉਂਕਿ ਸਟਾਲ ਫੀਡਿੰਗ ਹਰ ਬੰਦਾ ਨਹੀਂ ਕਰ ਸਕਦਾ, ਹਰ ਬੰਦਾ ਫਾਰਮ ਦੇ ਵਿੱਚ ਅੰਦਰ ਬੰਨ੍ਹ ਕੇ ਬੱਕਰੀਆਂ ਨੂੰ ਜਿਹੜਾ ਨਾ ਤੇ ਨਹੀਂ ਪਾ ਸਕਦਾ ਵੰਡੇ ਤੇ ਪੱਠੇ ਤੇ ਜਨਾਬ ਲੂਸਨ ਵਗੈਰਾ ਜੋ ਅੱਜ ਕੱਲ੍ਹ ਖੁਸ਼ਕ ਚਾਰਾ ਚੱਲ ਰਹੇ ਨੇ, ਹਰ ਬੰਦਾ ਨਹੀਂ ਅਫੋਰਡ ਕਰ ਸਕਦਾ। ਤੇ ਫ੍ਰੀ ਦਾ ਤਰੀਕਾਕਾਰ ਕੀ ਉਹਦੇ 'ਚ ਤੁਹਾਨੂੰ ਦੱਸਾਂਗੇ, ਤਾਂ ਕਿ ਤੁਹਾਡੇ ਜਿਹਾ ਮਾੜਾ ਭਰਾ ਬੰਦਾ ਜਿਹੜਾ ਕਰਨਾ ਚਾਹੁੰਦਾ ਉਹਦੇ ਵਾਸਤੇ ਮਜ਼ੀਦ ਥੋੜ੍ਹੀ ਜਿਹੀ ਆਸਾਨੀ ਹੋ ਸਕੇ। ਤੇ ਇਹ ਵੀਡੀਓ ਦਾ ਪਾਰਟ 2 ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਪਾਰਟ 2 'ਚ ਅਗਲਾ ਤੁਹਾਨੂੰ ਦੱਸਾਂਗੇ, ਉਹਦੇ ਤੇ ਅੱਜ ਗੱਲ ਹੋਏਗੀ। ਕਿਉਂਕਿ ਦੇਖੋ ਫਿਰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਬੰਦੇ ਨੂੰ ਕਿ ਜਦੋਂ ਵੀ ਫਾਰਮਿੰਗ ਸਟਾਰਟ ਕਰੇ ਕੰਮ ਤੋਂ ਕੰਮ ਮਹਾਰਾਜਾ ਤੋਂ ਹੋਣ, ਔਰ ਸਾਦਾ ਔਰ ਸਿੰਪਲ ਸਾਦਾ ਤਰੀਕਾ ਅਪਣਾਉਣਾ ਚਾਹੀਦਾ ਹੈ। ਜਿਸ ਤਰ੍ਹਾਂ ਪਹਿਲੇ ਤੁਹਾਨੂੰ ਦੱਸਿਆ ਕਿ ਸਾਦਾ ਤਰੀਕਾ ਕੀ, ਕਿਸ ਤਰੀਕੇ ਨਾਲ ਫ੍ਰੀ 'ਚ ਬੱਕਰੀਆਂ ਬਣਦੀਆਂ, ਉਸ ਤਰ੍ਹਾਂ ਹੀ ਤੁਹਾਨੂੰ ਅੱਜ ਦੱਸਣਾ ਹੈ ਕਿ ਫ੍ਰੀ 'ਚ ਪਾਲੀਆਂ ਕਿਸ ਤਰ੍ਹਾਂ ਜਾ ਸਕਦੀਆਂ। ਸਭ ਤੋਂ ਸਸਤਾ ਆਸਾਨ ਤਰੀਕਾ, ਬਲਕਿ ਸਸਤਾ ਵੀ ਨਹੀਂ ਕਹਿ ਲਓ, ਕਿ ਫ੍ਰੀ ਦਾ ਤਰੀਕਾ ਜਿਹੜਾ ਨਾ ਪਾਲਣ ਦਾ ਮੈਂ ਅੱਜ ਤੱਕ ਜਿਹੜਾ ਵੇਖਿਆ, ਮੈਂ ਵੀ ਉਂਝ ਕਰ ਰਿਹਾ। ਪਿੱਛੇ ਤੁਹਾਨੂੰ ਨਜ਼ਰ ਆ ਰਹੀਆਂ ਹੋਣੀਆਂ ਬੱਕਰੀਆਂ ਚਰਾਈ ਕਰਦੀਆਂ ਪਈਆਂ, ਠੀਕ ਹੈ, ਸਾਰਾ ਮਾਲ ਛੱਡਿਆ ਹੋਇਆ, ਠੀਕ ਹੈ। ਸਭ ਤੋਂ ਸਸਤਾ, ਸਭ ਤੋਂ ਆਸਾਨ ਔਰ ਫ੍ਰੀ ਵਾਲਾ ਮੁਫਤ ਵਾਲਾ ਤਰੀਕਾ ਇਹੋ ਹੀ ਹੈ, ਔਰ ਸੇਫ ਤਰੀਨ ਤਰੀਕਾ ਹੈ। ਇਹਦੇ ਵਿੱਚ ਸਭ 1 ਰੁਪਏ ਦੀ ਇਨਵੈਸਟਮੈਂਟ ਨਹੀਂ, ਸਿਰਫ ਜਿਹੜੀ ਪਿਛਲੀ ਵੀਡੀਓ ਤੁਹਾਡੇ ਨਾਲ ਗੱਲ ਕੀਤੀ ਸੀ ਟਾਈਮ ਦੀ, ਟਾਈਮ ਦੇਣਾ ਪੈਂਦਾ। ਇਹਦੇ ਵਿੱਚ ਵੀ ਟਾਈਮ ਦਿਓ, ਬਾਹਰ ਬੱਕਰੀਆਂ ਨੂੰ ਚਰਾਈ ਕਰਾਓ, ਠੀਕ ਹੈ। ਬਿਲਕੁਲ ਫ੍ਰੀ ਆਫ ਕਾਸਟ ਬੱਕਰੀਆਂ ਤੁਹਾਡੀਆਂ ਪਲਣਗੀਆਂ। ਫ੍ਰੀ ਆਫ ਕਾਸਟ ਜਿਹੜਾ ਨਾ ਬੱਕਰੀਆਂ ਪਾਲਣ ਦਾ ਤਰੀਕਾ ਕਾਰ ਮੇਨ ਹੈ ਹੀ ਹੈ ਕਿ ਬੱਕਰੀਆਂ ਦੀ ਚਰਾਈ ਕਰਾਓ। ਔਰ ਸਭ ਤੋਂ ਇੱਕ ਇਹਦਾ ਸਭ ਤੋਂ ਵੱਡਾ ਬੈਨੀਫਿਟ ਇੱਕ ਹੋਰ ਵੀ ਹੈ ਕਿ ਜਿਹੜਾ ਜਾਨਵਰ ਚਰਾਈ ਤੇ ਲੱਗ ਜਾਂਦਾ, ਚਰਾਈ ਕਰਦਾ ਹੈ, ਇਹ ਬੱਕਰੀ ਦੀ ਕੁਦਰਤੀ ਤੌਰ ਤੇ ਇੰਜ ਦੀ ਨੇਚਰ ਹੈ ਕਿ ਇਹਦੇ ਵਿੱਚ ਕੁਦਰਤ ਨੇ ਇਹਦੇ ਨੇਚਰ 'ਚ ਇਹ ਚੀਜ਼ ਰੱਖੀ ਹੋਈ ਹੈ ਕਿ ਇਹਨੂੰ ਜਿੰਨਾ ਮਰਜ਼ੀ ਸਟਾਲ ਫੀਡਿੰਗ ਤੇ ਲੈ ਕੇ ਜਾਓ, ਜਿੰਨਾ ਮਰਜ਼ੀ ਇਹਨੂੰ ਅੰਦਰ ਬੰਨ੍ਹ ਕੇ ਮੈਂ ਨਾ ਸਲੋਬੇ ਵੰਡੇ ਵੀ ਪਾ ਲਓ, ਲੇਕਿਨ ਬੱਕਰੀ ਦੀ ਇਮਿਊਨਿਟੀ, ਬੱਕਰੀ ਦੀ ਸਿਹਤ ਉਸ ਲੈਵਲ ਤੇ ਨਹੀਂ ਜਾਣੀ ਜਿਹੜੀ ਕਿ ਬਾਹਰ ਚਰਾਈ ਕਰਕੇ ਹੋਣੀ ਹੈ, ਠੀਕ ਹੈ। ਕਿਉਂਕਿ ਚਰਾਈ ਦੇ ਵਿੱਚ ਹੈ ਕਿ ਜਾਨਵਰ ਨੇ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਦਾ ਤੀਲਾ ਚੁਗਣਾ ਹੁੰਦਾ, ਉਹਦੇ ਨਾਲ ਜਾਨਵਰ ਦੀ ਇਮਿਊਨਿਟੀ ਵੀ ਸਟਰੋਂਗ ਰਹਿੰਦੀ ਹੈ। ਔਰ ਉਹ ਵੰਨ ਸਵੰਨੇ ਪੱਠੇ ਬਾਹਰੋਂ ਚੁਗਦਾ, ਠੀਕ ਹੈ, ਵੰਨ ਸਵੰਨੇ ਬੂਟੀਆਂ, ਵੰਨ ਸਵੰਨੇ ਚਾਰੇ ਜਾਤ ਉਹ ਖਾਂਦਾ ਹੈ, ਜਿਹਦੇ ਨਾਲ ਕੀ ਹੁੰਦਾ ਕਿ ਉਹਨੂੰ ਡਿਫਰੈਂਟ ਉਹਦੀ ਇਮਿਊਨਿਟੀ ਬੂਸਟ ਹੁੰਦੀ ਰਹਿੰਦੀ। ਤੋਂ ਵੱਡਾ ਚਰਾਈ ਦਾ ਬੈਨੀਫਿਟ ਹੈ ਕਿ ਚਰਾਈ ਕਰਨ ਵਾਲਾ ਜਾਨਵਰ ਹੈ, ਗਲਤ ਬਿਆਨੀ ਕੀਤੀ ਜਾਂਦੀ ਹੈ ਕਿ ਚਰਾਈ ਦੇ ਨਾਲ ਜਾਨਵਰ ਬਿਮਾਰ ਹੋ ਜਾਂਦਾ, ਇਹ ਹੋ ਜਾਂਦਾ, ਉਹ ਹੋ ਜਾਂਦਾ। ਚਰਾਈ ਕਰਨ ਵਾਲਾ ਜਾਨਵਰ ਕਦੇ ਵੀ ਥੋੜੀ ਜਿਹੀ ਨਾਲ ਬਿਮਾਰ ਨਹੀਂ ਹੁੰਦਾ। ਇੱਕ ਤਾਂ ਤੁਹਾਡਾ ਫ੍ਰੀ 'ਚ ਪਲਦਾ ਜਾਂਦਾ, ਗਰੋਥ ਬੜੀ ਕਮਾਲ ਦੀ ਹੁੰਦੀ ਹੈ। ਤੁਹਾਡੇ ਸਾਹਮਣੇ ਸਾਰਾ ਮਾਲ ਚਰਾਈ ਦੇ ਵੀ ਅਗਰ ਤਵੱਜੋ ਕਰੋ, ਛੋਟੇ ਜਾ ਵੀ ਨੇ ਵਿੱਚ ਜਨਾਬ, ਟੋਟਲ ਜਿੰਨਾ ਮਾਲ ਹੈ ਸਾਰਾ ਚਰਾਈ ਦੇ। ਔਰ ਇਮਿਊਨਿਟੀ ਚੈੱਕ ਕਰ ਲਓ, ਟੋਟਲ ਐਕਟਿਵ ਨੇ ਸਾਰੇ ਜਾਨਵਰ, ਛੋਟੇ ਬੱਚੇ ਵੀ ਨੇ ਵਿੱਚ, ਸਾਰੇ ਐਂਜੀ ਚੁਗ ਫਿਰ ਕੇ ਹੀ ਰੱਜਦੇ ਰਹੇ ਨੇ। ਔਰ ਇਹਨਾਂ ਦੀ ਗਰੋਥ ਵੀ ਮਾਸ਼ਾਅੱਲਾ ਬਿਹਤਰੀਨ ਹੋ ਰਹੀ ਹੈ, ਔਰ ਫ੍ਰੀ ਵਾਲਾ ਤਰੀਕਾਕਾਰ ਹੈ। ਹੁਣ ਬਾਜ਼ ਔਕਾਤ ਕਈ ਲੋਕ ਕਹਿਣਗੇ ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਕਿ ਜੀ ਜਿਹਦੇ ਕੋਲ ਰਕਬਾ ਹੈ ਨਹੀਂ, ਜਿਹਦੇ ਕੋਲ ਜ਼ਮੀਨ ਹੈ ਨਹੀਂ, ਉਹ ਕੀ ਕਰੇ, ਉਹਦੇ ਵਾਸਤੇ ਦੂਸਰਾ ਤਰੀਕਾ ਵੀ ਹੈ। ਇਹ ਨਹੀਂ ਕਿ ਸਿਰਫ ਚਰਾਈ ਹੋਈ ਹੈ। ਹੁਣ ਕਈ ਸ਼ਹਿਰਾਂ ਵਾਲੇ ਭਰਾ ਵੀ ਆਖਣਗੇ ਯਾਰ ਅਸੀਂ ਕਿੱਥੇ ਜਾ ਕੇ ਚਾਰੀਏ, ਉਹਦਾ ਵੀ ਤਰੀਕਾਕਾਰ ਹੈ। ਸ਼ਹਿਰਾਂ ਦੇ ਵਿੱਚ ਚਰਾਈ ਦਾ ਰਕਬਾ ਤਾਂ ਹੈ ਨਹੀਂ, ਜੇ ਕਈ ਸ਼ਹਿਰਾਂ 'ਚ ਦਰਖਤ ਹੈ ਨੇ ਨਾ, ਤੁਸੀਂ ਭਾਜੀ ਸਟਾਰਟਿੰਗ ਤੇ 1-2 ਸਾਲ ਤੱਕ ਨਾ ਪੱਤਿਆਂ ਤੇ ਵੀ ਬੱਕਰੀ ਪਾਲ ਸਕਦੇ ਹੋ। ਵੰਨ ਸਵੰਨੇ ਪੱਤੇ ਜਾਨਵਰਾਂ ਨੂੰ ਲਿਆ ਕੇ ਪੌਦਿਆਂ ਦੇ ਪਾਓ। ਬੱਕਰੀ ਐਸਾ ਜਾਨਵਰ ਹੈ ਇਹਨੇ ਤਾਂ ਪੱਤਿਆਂ ਤੇ ਵੀ ਪਲ ਜਾਣਾ, ਦਰਖਤਾਂ ਦੇ ਪੱਤੇ ਪਾਓ, ਉਹ ਵੀ ਬਿਲਕੁਲ ਫ੍ਰੀ ਆਫ ਕਾਸਟ ਨੂੰ। ਸ਼ਹਿਰਾਂ ਦੇ ਵਿੱਚ ਦਰਖਤ ਨਹੀਂ ਨਾ ਮੋਗੇ, ਅਗਰ ਦੇਹਾਤ 'ਚ ਹੈ ਨੇ, ਸ਼ਹਿਰਾਂ 'ਚ ਵੀ ਹੈ ਨੇ। ਅਗਰ ਤੁਹਾਡਾ ਬਾਹਰ ਚਰਾਈ ਦਾ ਰਕਬਾ ਨਹੀਂ ਹੈ ਤੇ ਤੁਸੀਂ ਪੱਤੇ ਪਾ ਕੇ ਵੀ ਆਪਣੀਆਂ ਬੱਕਰੀਆਂ ਪਾਲ ਸਕਦੇ ਹੋ। ਫਿਰ ਆਹਿਸਤਾ ਜੂ ਬੰਦਾ ਦਾ ਹੀ ਗੱਲ ਇੱਕ ਬਣਦਾ, ਇੱਕ ਤਰਤੀਬ ਬਣਦੀ, ਬੰਦੇ ਕੋਲ ਇਨਵੈਸਟਮੈਂਟ ਫਿਰ ਆਹਿਸਤਾ ਹੋ ਹੀ ਜਾਂਦੀ। ਜਦੋਂ ਇਨਵੈਸਟਮੈਂਟ ਆ ਗਈ ਤੇ ਫਿਰ ਅੱਗੋਂ ਨਾਲ ਬੇਸ਼ੱਕ ਨਾਲ ਸਟਾਲ ਫੀਡਿੰਗ ਵੀ ਸ਼ੁਰੂ ਕਰ ਲਓ ਸ਼ਹਿਰ ਦੇ ਵਿੱਚ, ਅਗਰ ਤੁਸੀਂ, ਕਿਉਂਕਿ ਸ਼ਹਿਰ ਦੇ ਵਿੱਚ ਸਾਰੀ ਗੱਲ ਸਟਾਲ ਫੀਡਿੰਗ ਵੀ ਨਾਲ ਲਾਜ਼ਮੀ ਕਰਨੀ ਪੈਂਦੀ ਹੈ। ਕਿੰਨੀ ਕੁ ਦੇਰ ਵੀ ਤੁਸੀਂ ਬਾਹਰ ਕਰਾ ਸਕਦੇ ਹੋ, ਲੇਕਿਨ ਇਹ ਕਿ ਅਗਰ ਸਟਾਰਟ ਹੈ ਤੁਹਾਡਾ, ਸਟਾਰਟ ਦੇ ਵਿੱਚ ਤੁਹਾਡੇ ਕੋਲ ਚਰਾਈ ਦਾ ਰਕਬਾ ਅਗਰ ਨਹੀਂ ਹੈ ਤਾਂ ਤੁਸੀਂ ਪੱਤਿਆਂ ਤੇ ਵੀ ਗੁਜ਼ਾਰਾ ਕਰ ਸਕਦੇ ਹੋ। ਦਰਖਤਾਂ ਦੇ ਪੱਤੇ ਉਤਾਰ ਕੇ ਉਹਨਾਂ ਤੇ ਆਪਣੇ ਬੱਕਰੀਆਂ ਨੂੰ ਪਾਲ ਸਕਦੇ ਹੋ। ਅੱਜ ਦੀ ਵੀਡੀਓ ਤੇ ਤੁਹਾਨੂੰ ਇਹੀ ਦੂਸਰੇ ਪਾਰਟ 'ਚ ਇਹੀ ਪੈਗਾਮ ਦੇਣਾ ਸੀ ਕਿ ਬੱਕਰੀਆਂ ਫ੍ਰੀ ਦੇ ਵਿੱਚ ਪਾਲੀਆਂ ਕਿਸ ਤਰ੍ਹਾਂ ਜਾ ਸਕਦੀਆਂ। ਕਿਸੇ ਭਰਾ ਨੂੰ ਵੀਡੀਓ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ। ਔਰ ਅਗਰ ਕੋਈ ਸਵਾਲ ਪੁੱਛਣਾ ਚਾਹੁੰਦਾ ਕਮੈਂਟ ਸੈਕਸ਼ਨ 'ਚ ਆ ਕੇ ਪੁੱਛ ਵੀ ਸਕਦਾ। ਮਜ਼ੀਦ ਕੋਈ ਮਸ਼ਵਰਾ
ਪੁੱਛਣਾ ਚਾਹੋਗੀ ਅਸੀਂ ਦੱਸਾਂਗੇ, ਹਾਜ਼ਰ ਹਾਂ ਅਸੀਂ, ਠੀਕ ਹੈ। ਅਗਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਗਲੀ ਵੀਡੀਓ ਤੱਕ ਇਨਸ਼ਾਅੱਲਾ, ਅੱਲਾਹ ਹਾਫਿਜ਼।